ਸ਼ਾਇਦ ਹੀ ਕਦੀ ਹਿਸਟਰੀ 'ਚ ਇੰਨੇ ਪਰਚੇ ਇੰਨੀ ਮਨਸ਼ਿਆਤ ਫੈਸਲਾਬਾਦ ਪੁਲਿਸ ਨੇ ਪੜ੍ਹੀ ਹੋਵੇ ਓਵਰਆਲ ਜਿੰਨੀ ਹੁਣ ਪੜ੍ਹੀ ਗਈ। ਹੁਣ 13 ਪਰਚੇ ਦਿੱਤੇ ਨੇ 9C ਦੇ ਇਹਨੇ ਪਿਛਲੇ 15-20 ਦਿਨ ਦੇ ਵਿੱਚ, ਜਿਸ 'ਚ ਕੋਈ 15 ਕਿਲੋ ਤੋਂ ਜ਼ਾਇਦ ਮਨਸ਼ਿਆਤ ਹੋਣੀ। ਫੈਸਲਾਬਾਦ ਨੂੰ ਮਨਸ਼ਿਆਤ ਤੋਂ ਪਾਕ ਬਣਾਉਣ ਵਾਸਤੇ ਪੁਲਿਸ ਪੰਜਾਬ ਦੀ ਬੜੀ ਮੁਤਹਰਕ ਸੀ ਔਰ ਆਰਪੀਓ ਫੈਸਲਾਬਾਦ ਸੁਹੇਲ ਅਹਿਮਦ ਸੁਖੇਰਾ ਨੇ ਵੀ ਵੱਡਾ ਐਲਾਨ ਕੀਤਾ ਸੀਗਾ ਕਿ ਜਿਹੜਾ ਕਿਸੇ ਵੀ ਥਾਣੇ ਦੇ ਵਿੱਚੋਂ ਮਨਸ਼ਿਆਤ ਤੁਹਾਨੂੰ ਵਿਕਦੀ ਮਿਲ ਗਈ ਤੇ ਤੁਹਾਨੂੰ 25000 ਰੁਪਏ ਇਨਾਮ ਦੇਾਂਗੇ। ਤੇ ਫਿਰ ਜਨਾਬ ਜਿਹੜੇ SHO ਆ ਜਿਹੜੇ ਥਾਣੇ ਲੈ ਫਿਰ ਉਹ ਵੀ ਮੁਤਹਰਕ ਹੋਏ ਤੇ ਮੈਂ ਪਹੁੰਚਿਆ ਥਾਣਾ ਫੈਕਟਰੀ ਏਰੀਆ ਦੇ ਵਿੱਚ, ਕਿਉਂਕਿ ਇੱਥੇ ਢੇਰ ਸਾਰੀ ਮਨਸ਼ਿਆਤ ਫੜ ਲਈ ਸੀ ਔਰ SHO ਇੱਥੇ ਰਾਣਾ ਮਕਬੂਰ ਸਾਹਿਬ ਲੱਗੇ ਹੋਏ ਨੇ ਔਰ ਇਹਨਾਂ ਨੇ ਕਿੰਨੇ ਪਰਚੇ ਦਿੱਤੇ ਤੇ ਕਿੰਨੀ ਮਨਸ਼ਿਆਤ ਬਰਾਮਦ ਕੀਤੀ ਆ ਔਰ ਕਿੰਨੇ ਬੰਦੇ ਫੜੇ ਆ। ਸਾਡੇ ਮੌਜੂਦ ਨੇ ਜੀ ਮਕਬੂਰ ਭਾਈ, ਜ਼ਰਾ ਇਹ ਦੱਸਿਓ ਕਿ ਤੁਸੀਂ ਕਿੰਨੇ ਪਰਚੇ ਇਸ ਵਕਤ ਦੇ ਦਿੱਤੇ ਆ ਤੇ ਔਰ ਕਿੰਨੇ ਬੰਦੇ ਜਿਹੜੇ ਤੁਸੀਂ ਫੜੇ ਆ ਔਰ ਮਨਸ਼ਿਆਤ ਕਿੰਨੀ ਆਪਣੀ ਬਰਾਮਦ ਹੋਈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸੀਂ ਜੀ ਜਿਸ ਤਰ੍ਹਾਂ ਆਰਪੀਓ ਸਾਹਿਬ ਦੀ ਇੰਸਟਰਕਸ਼ਨ ਸੀ, ਮਨਸ਼ਿਆਤ ਜੂਆ ਪਹਿਲੇ ਵੀ ਪੁਲਿਸ ਨੇ ਕਦੀ ਇਹਨਾਂ ਨੂੰ ਇਗਨੋਰ ਨਹੀਂ ਕੀਤਾ, ਕਦੀ ਇਹਨਾਂ ਦੇ ਉੱਪਰ ਨਰਮੀ ਨਹੀਂ ਵਰਤੀ, ਲੇਕਿਨ ਆਰਪੀਓ ਸਾਹਿਬ ਨੇ ਆ ਕੇ ਉਹ ਜਦੋਂ ਫੋਕਸ ਕਰ ਲਿਆ ਤੇ ਫਿਰ ਜਿਸ ਚੀਜ਼ ਤੇ ਫੋਕਸ ਹੋ ਜਾਂਦਾ ਫਿਰ ਉਹ ਦੂਸਰੀਆਂ ਚੀਜ਼ਾਂ ਥੋੜ੍ਹੀ ਜਿਹੀਆਂ ਜ਼ਰਾ ਪਾਸੇ ਪੁਸ਼ ਕਰਕੇ ਵੀ ਉਹਨਾਂ ਦੇ ਉੱਪਰ ਜ਼ਰਾ ਜ਼ਿਆਦਾ ਐਮਫਸਾਈਜ਼ ਕੀਤਾ ਜਾਂਦਾ। ਤੇ ਉਸੇ ਕੰਟੈਕਸਟ 'ਚ ਹਰ SHO ਨੇ, ਹਰ ਪੁਲਿਸ ਨੇ ਬਹੁਤ ਕਾਰਵਾਈ ਕੀਤੀ। ਮਤਲਬ ਸ਼ਾਇਦ ਹੀ ਕਦੀ ਹਿਸਟਰੀ 'ਚ ਇੰਨੇ ਪਰਚੇ ਇੰਨੀ ਮਨਸ਼ਿਆਤ ਫੈਸਲਾਬਾਦ ਪੁਲਿਸ ਨੇ ਪੜ੍ਹੀ ਹੋਵੇ ਓਵਰਆਲ ਜਿੰਨੀ ਹੁਣ ਪੜ੍ਹੀ ਗਈ। ਤੇ ਉੱਚੇ ਸਾਰੀ ਸਿਰਫ ਸੀਨੀਅਰ ਅਫਸਰਾਨ ਸੀ, ਉਹਨਾਂ ਦੀ ਇੰਸਟਰਕਸ਼ਨ ਸੀ, ਉਹਨਾਂ ਦੀ ਡਾਇਰੈਕਸ਼ਨ ਸੀ। ਅਸੀਂ ਵੀ ਜੀ ਉਸੇ ਹੀ ਕੋਸ਼ਿਸ਼ ਦੇ ਤਹਿਤ ਕੋਈ ਤਕਰੀਬਨ 13 ਪਰਚੇ ਦਿੱਤੇ ਨੇ 9C ਦੇ ਇਹਨੇ ਪਿਛਲੇ 15-20 ਦਿਨ ਦੇ ਵਿੱਚ, ਜਿਸ 'ਚ ਕੋਈ 15 ਕਿਲੋ ਤੋਂ ਜ਼ਾਇਦ ਮਨਸ਼ਿਆਤ ਹੋਣੀ। ਆਈਸ, ਹੈਰੋਇਨ, ਚਰਸ, ਇਹ ਸਾਰੀਆਂ ਚੀਜ਼ਾਂ 'ਚ ਸ਼ਾਮਲ ਨੇ। ਤੇ ਮਕਬੂਰ ਭਾਈ, ਅਗਰ ਇਹਨਾਂ ਦੀ ਗੱਲ ਕਰੀਏ ਜਿਹੜੀ ਮਨਸ਼ਿਆਤ ਬਰਾਮਦ ਕੀਤੀ ਇਹਦੀ ਕਿੰਨੀ ਕੁ ਕੀਮਤ ਹੋਣੀ, ਕਿੰਨੀ ਕੁ ਮਾਲੀਅਤ ਦੀ ਜਿਹੜੀ ਬਰਾਮਦ ਤੁਸੀਂ ਕਰ ਰਹੇ? ਮਨਸ਼ਿਆਤ ਦੀ ਜਿਸ ਤਰ੍ਹਾਂ ਮਨਸ਼ਿਆਤ ਪੀਣ ਵਾਲੇ ਮੁਖਤਲਿਫ ਕਿਸਮ ਦੇ ਲੋਕ ਹੁੰਦੇ ਨੇ, ਇਸੇ ਤਰ੍ਹਾਂ ਹੀ ਉਸੇ ਮਨਸ਼ਿਆਤ ਦੇ ਅਕੋਰਡਿੰਗ ਉਹਨਾਂ ਦੀ ਵੈਲਿਊ ਵੀ ਮੁਖਤਲਿਫ ਹੈ। ਮਤਲਬ ਹੁਣ ਚਰਸ ਜਿਹੜੀ ਹੈ ਉਹਦੀ ਵੈਲਿਊ ਹੋਰ ਹੈ, ਉਹ ਸ਼ਾਇਦ ਕੋਈ 1.5-2 ਲੱਖ ਰੁਪਏ ਦੀ ਕਿਲੋ ਮਿਲ ਜਾਏਗੀ ਤੁਹਾਨੂੰ। ਜਿਹੜੀ ਆਈਸ ਆ ਉਹ ਕੁਛ 6-7 ਲੱਖ ਰੁਪਏ ਦੀ ਕਿਲੋ ਮਿਲੇਗੀ। ਹੈਰੋਇਨ ਜਿਹੜੀ ਹੈ ਉਹ ਉਸ ਤੋਂ ਵੀ ਮਹਿੰਗੀ ਮਿਲੇਗੀ। ਤੇ ਸਾਡੇ ਇਸ ਤਰ੍ਹਾਂ ਹੀ ਹੈ, ਆਈਸ ਤੇ ਵੀ ਪਰਚੇ ਨੇ, ਹੈਰੋਇਨ ਦੇ ਵੀ ਪਰਚੇ ਨੇ, ਚਰਸ ਤੇ ਵੀ ਪਰਚੇ ਨੇ। ਅੱਛਾ, ਜਿਹੜੇ ਤੁਸੀਂ ਮੁਲਜ਼ਮ ਫੜੇ ਆ ਇਹ ਪੀਣ ਵਾਲੇ ਫੜੇ ਵਾ ਜਾਂ ਇਹ ਵੇਚਣ ਵਾਲੇ ਸੀ? ਨਹੀਂ ਜੀ, ਪੀਣ ਵਾਲੇ ਤੇ ਅਸੀਂ ਫੜ ਕੇ ਉਹਨਾਂ ਨੂੰ ਉਹ ਤੇ ਨਹੀਂ ਸਲੂਕ ਕਰੀਦਾ, ਇਹ ਵੇਚਣ ਵਾਲੇ ਨੇ। ਮਤਲਬ ਹੁਣ ਇੱਥੇ ਸਾਡਾ ਜੋ ਮੁਆਸ਼ਰਾ ਜਿਸ ਡਗਰ ਤੇ ਚੱਲ ਰਿਹਾ ਨਾ, ਲੋਕ ਪਤਾ ਨਹੀਂ ਪਰੇਸ਼ਾਨ ਨੇ ਉਹ ਸਟ੍ਰੈਸਡ ਨੇ ਕਿ ਉਹ ਆਪਣੀ ਸਟ੍ਰੈਸ ਕਮ ਕਰਨੇ ਵਾਸਤੇ ਨਸ਼ੇ ਕਰਨ ਲੱਗ ਪਏ ਨੇ। ਕੁਛ ਲੋਕਾਂ ਕੋਲ ਬੇਰੋਜ਼ਗਾਰੀ ਹੈ, ਕੁਛ ਵੈਸੇ ਵਿਹਲੇ ਨੇ। ਤੇ ਇੱਥੇ ਜ਼ਾਹਰ ਜਿਹੜੀ ਚੀਜ਼ ਦੀ ਜਿੰਨੀ ਡਿਮਾਂਡ ਹੁੰਦੀ ਉਹਦੀ ਸਪਲਾਈ ਉਨੀ ਵੱਧ ਜਾਂਦੀ। ਤੇ ਇੱਥੇ ਹੁਣ ਸਟੂਡੈਂਟ ਤਬਕਾ ਵੀ ਨਸ਼ੇ ਕਰ ਰਿਹਾ ਸ਼ੌਕੀਆ ਕਰੇਜ਼ 'ਚ ਆ ਕੇ। ਜਿਹੜੇ ਦੂਸਰੇ ਅਸੀਂ ਵਰਕਿੰਗ ਕਲਾਸ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਔਰ ਉਹ ਸੋਚਦੇ ਨੇ ਕਿ ਅਸੀਂ ਨੈਚੁਰਲੀ ਇੰਨੀ ਐਨਰਜੀ ਨਹੀਂ ਹੈ ਇਹਨੂੰ ਮੈਨੇਜ ਕਰ ਸਕੀਏ, ਉਹ ਵੀ ਨਸ਼ੇ ਦਾ ਸਹਾਰਾ ਲੈ ਰਹੇ ਨੇ। ਤੇ ਤੀਸਰੀ ਉਹ ਕਲਾਸ ਆ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂ, ਜਿਨ੍ਹਾਂ ਨੇ ਵੈਸੇ ਹੀ ਉਹ ਕਹਿੰਦੇ ਨੇ ਕਿ ਦਿਨ ਚੜ੍ਹਿਆ ਵਾ ਤੇ ਇਹ ਗੁਜ਼ਰ ਜਾਏ, ਇੱਕ ਕਿਸਮ ਦਾ ਇੱਕ ਜ਼ਿੰਦਗੀ ਦਾ ਇੱਕ ਦਿਨ ਹੋਰ ਪੂਰਾ ਕਰ ਲਈਏ, ਉਹ ਵੀ ਨਸ਼ਾ ਕਰਕੇ ਫਿਰ ਉਹ ਇਸ ਤਰ੍ਹਾਂ ਦਿਨ ਆਪਣਾ ਜਿਹੜਾ ਨਾ ਜੀ ਪੂਰਾ ਕਰਦੇ ਨੇ ਟਾਈਮ। ਅੱਛਾ, ਮੈਨੂੰ ਦੱਸਿਓ ਮੁਜ਼ਫਰ ਵੀ ਕਿਸ ਤਰ੍ਹਾਂ ਤੁਸੀਂ ਮਤਲਬ ਕਿਸੇ ਅਗਰ ਤੁਹਾਨੂੰ ਪਤਾ ਚੱਲਦਾ ਕਿ ਫਲਾਣ ਜਗ੍ਹਾ ਤੇ ਮਨਸ਼ਿਆਤ ਵਿਕਦੀ ਆ, ਤੁਸੀਂ ਕਿਸ ਤਰ੍ਹਾਂ ਉੱਥੇ ਪਹੁੰਚੇ, ਕਿਸ ਤਰ੍ਹਾਂ ਤੁਸੀਂ ਸਾਰੀ ਕਾਰਵਾਈ ਕੀਤੀ ਔਰ ਮੁਲਜ਼ਮ ਤੁਸੀਂ ਫੜਿਆ? ਇਹਦਾ ਆਗਾਜ਼ ਇਸ ਤਰ੍ਹਾਂ ਹੀ ਹੁੰਦਾ ਜੀ ਕਿ ਅਸੀਂ ਪਹਿਲੇ ਤੇ ਪੀਣ ਵਾਲੇ ਨੂੰ ਫੜੀਦਾ, ਉਹ ਪੀਣ ਵਾਲੇ ਤੋਂ ਫਿਰ ਪੁੱਛੀਦਾ ਕਿ ਤੂੰ ਲੈ ਕਿਹਦੇ ਕੋਲ ਰਿਹਾ। ਉਹ ਅਗਲਾ ਉਹ ਬੰਦਾ ਫੜਾ ਦਿੰਦਾ ਸੀ। ਉਹ ਅਗਰ ਛੋਟਾ ਡੀਲਰ ਹੋਵੇ, ਮਤਲਬ ਬਹੁਤ ਸਾਰੇ ਐਸੇ ਲੋਕ ਫੜੇ ਜਾਂਦੇ ਨੇ ਜਿਹੜੇ ਮੇਨ ਡੀਲਰ ਨਹੀਂ ਹੁੰਦੇ, ਉਹ ਵੀ ਸ਼ਾਇਦ ਆਪਣੀ ਕੋਈ ਰੋਜ਼ੀ ਰੋਟੀ ਦੇ ਚੱਕਰ 'ਚ ਡੇਲੀ ਦਾ ਕੋਈ 5-7 ਹਜ਼ਾਰ ਲੈ ਕੇ ਤੇ ਉਹ ਡਿਲੀਵਰ ਕਰ ਰਹੇ ਹੁੰਦੇ ਨੇ ਮਨਸ਼ਿਆਤ। ਪਿੱਛੋਂ ਜਿਹੜਾ ਮੇਨ ਡੀਲਰ ਆ ਉਹ ਕੋਈ ਹੋਰ ਹੁੰਦਾ, ਕਿਤੇ ਦੂਰ ਬੈਠਾ ਹੁੰਦਾ, ਸੇਫ ਹੁੰਦਾ। ਅਸੀਂ ਉਸ ਕਰਿੰਦੇ ਤੋਂ ਉਸ ਤੋਂ ਅਗਲਾ ਡੀਲਰ ਫੜੀਦਾ, ਯਾਨੀ ਅਸੀਂ ਉਸ ਹੱਦ ਤੱਕ ਜਾਈਦਾ ਵਾ, ਉਸ ਮੁਮਕਿਨਾ ਪੁਆਇੰਟ ਤੱਕ ਪਹੁੰਚਦੇ ਹਾਂ ਜਿੱਥੇ ਤੱਕ ਸਾਨੂੰ ਮੇਨ ਡੀਲਰ ਨਹੀਂ ਮਿਲਦਾ। ਹੁਣ ਬਹੁਤ ਸਾਰੇ ਡੀਲਰ ਜਿਹੜੇ ਨੇ ਉਹਨਾਂ ਤੱਕ ਅਸੀਂ ਪਹੁੰਚ ਗਏ। ਕੁਝ ਐਸੇ ਡੀਲਰ ਵੀ ਹੈ ਜਿਹੜੇ ਇਸ ਸੂਬੇ ਤੋਂ ਵੀ ਬਾਹਰ ਬੈਠੇ ਨੇ, ਉਹਨਾਂ ਨੇ ਆਨਲਾਈਨ ਉਹ ਕੰਮ ਕਰ ਰਹੇ ਨੇ, ਆਨਲਾਈਨ ਹੀ ਉਹਨਾਂ ਨੂੰ ਪੈਸੇ ਲਵਾ ਦਿੱਤੇ ਜਾਂਦੇ ਨੇ, ਫਿਰ ਉਹ ਕੋਈ ਖੁਫੀਆ ਤਰੀਕੇ ਦੇ ਨਾਲ ਸੀਕ੍ਰੇਟਲੀ ਕਿਤੇ ਡਿਲੀਵਰ ਕਰਦੇ ਨੇ। ਅੱਗੇ ਉਹਨਾਂ ਨੇ ਜਿਹੜੇ ਕਰਿੰਦੇ ਰੱਖੇ ਉਹ ਤੋਂ ਚੁੱਕਦੇ ਨੇ ਤੇ ਉਹਨੂੰ ਉਹ ਪਰਚੂਨ ਦੀ ਸ਼ਕਲ 'ਚ ਉਹ ਜਿੱਥੇ ਉਹਨਾਂ ਨੇ ਪਹੁੰਚਾਉਣਾ ਹੁੰਦਾ, ਜਿੱਥੇ ਵੇਚਣੀ ਹੁੰਦੀ ਨੇ ਉਹ ਵੇਚਦੇ। ਤੇ ਆਨਲਾਈਨ ਜਦੋਂ ਹੁਣ ਇਹ ਸੇਲ ਪਰਚੇਜ਼ ਕਰ ਰਹੇ ਤੁਹਾਡੇ ਵਾਸਤੇ ਬੜੀ ਮੁਸ਼ਕਲ ਹੋਣੀ ਹੈ, ਫਿਰ ਵੀ ਤੁਸੀਂ ਇੰਨੀਆਂ ਕਾਰਵਾਈਆਂ ਕੀਤੀਆਂ, ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਇੱਥੇ ਇਦਾਂ ਹੋ ਰਿਹਾ ਵਾ? ਜੀ ਇਸ ਤਰ੍ਹਾਂ ਹੀ ਸਹੀ ਕਹਿ ਰਹੇ ਹੋ ਤੁਸੀਂ ਕਿ ਬੜੀ ਮੁਸ਼ਕਿਲ ਹੁੰਦੀ ਹੈ, ਕਿਉਂਕਿ ਸਾਡੇ ਰਿਸੋਰਸਿਸ ਉਹਨੇ ਨਹੀਂ ਹੈ ਜਿੰਨੇ ਜਿਸ ਲੈਵਲ ਤੇ ਕ੍ਰਾਈਮ ਪਹੁੰਚ ਗਿਆ ਵਾ। ਪੁਲਿਸ ਦੇ ਰਿਸੋਰਸਿਸ ਹਲੇ ਸੌਰੀ ਟੂ ਸੇ ਥੋੜਾ ਪਿੱਛੇ, ਖੈਰ ਉਹਦੇ ਵਿੱਚ ਵੀ ਗਵਰਨਮੈਂਟ ਵੀ ਕਾਫੀ ਉਹਦੇ ਵਿੱਚ ਜੀ ਇਨਕਲਾਬੀ ਇਕਦਾਮਾਤ ਕਰਨ ਰਹੇ ਨੇ। ਰਿਸੋਰਸਿਸ ਵੀ ਸਾਡੇ ਕੋਲ ਬੂਸਟ ਅਪ ਹੋ ਰਹੇ ਨੇ, ਇਨਕਰੀਜ਼ ਹੋ ਰਹੇ ਨੇ। ਕੋਈ ਸਾਨੂੰ ਅਫਸਰਾਨ ਜਿਹੜੇ ਨੇ ਉਹ ਬਹੁਤ ਸਪੋਰਟ ਕਰਦੇ। ਮਤਲਬ ਅਗਰ ਅਸੀਂ ਆਪਣੇ ਮੁਤਲਕਾ ਜਿਹੜੇ ਸਾਡੇ ਕਮਾਂਡਰ ਨੇ ਉਹਨਾਂ ਨੂੰ ਕਹੀਏ ਕਿ ਜੀ ਅਸੀਂ ਦੂਸਰਾ ਕੋਈ ਜ਼ਿਲ੍ਹਾ ਵਾ ਉੱਥੇ ਕੋਈ ਸਾਨੂੰ ਲੀਡ ਮਿਲੀ, ਉਹ ਫਿਰ ਉੱਥੇ ਸਾਡੀ ਪੂਰੀ ਹੈਲਪ ਕਰਦੇ ਨੇ ਕਿ ਅਸੀਂ ਉਸ ਕਮਾਂਡਰ ਨੂੰ ਅਗਲੇ ਜ਼ਿਲ੍ਹੇ ਦੇ ਨੂੰ ਕਹਿ ਦਿੰਦੇ ਉਹ ਤੁਹਾਨੂੰ ਹੈਲਪ ਕਰਨਗੇ, ਤੁਸੀਂ ਚਲੇ ਜਾਓ। ਉੱਥੋਂ ਦੀ ਜਿਹੜੀ ਮੁਤਲਕਾ ਟੀਮ ਆ ਉਹ ਤੁਹਾਨੂੰ ਐਸੋਸੀਏਟ ਕਰੇਗੀ, ਤੁਹਾਨੂੰ ਫੈਸਿਲਿਟੇਟ ਕਰੇਗੀ। ਉਹ ਇਸ ਤਰ੍ਹਾਂ ਕਰਕੇ ਅਸੀਂ ਜਿੰਨੀ ਹੈ ਨਾ ਜੀ ਆਪਣੀ ਪੂਰੀ ਦਿਆਨਤਦਾਰੀ ਇਮਾਨਦਾਰੀ ਨਾਲ ਜਿੱਥੇ ਤੱਕ ਪਹੁੰਚ ਸਕਦੇ ਹਾਂ, ਇਹਨਾਂ
ਮਹਿਦੂਦ ਵਸਾਇਲ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ। ਬਹੁਤ ਸ਼ੁਕਰੀਆ ਸਰ, ਬਹੁਤ ਤੁਸੀਂ ਵੇਖਿਆ ਕਿ ਥਾਣਾ ਫੈਕਟਰੀ ਏਰੀਆ ਦੇ ਵਿੱਚ ਮਨਸ਼ਿਆਤ ਫਰੋਸ਼ 13 ਤੋਂ ਜ਼ਿਆਦਾ ਪਰਚੇ ਜਿਹੜੇ ਨੇ ਦਿੱਤੇ ਗਏ ਆ ਔਰ 15 ਕਿਲੋ ਤੋਂ ਜ਼ਿਆਦਾ ਜਿਹੜੀ ਮਨਸ਼ਿਆਤ ਬਰਾਮਦ ਹੋਈ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੈਗੀ ਆ। ਫੈਸਲਾਬਾਦ ਨੂੰ ਮਨਸ਼ਿਆਤ ਤੋਂ ਪਾਕ ਬਣਾਉਣ ਵਾਸਤੇ ਆਰਪੀਓ ਫੈਸਲਾਬਾਦ ਸੁਹੇਲ ਅਹਿਮਦ ਸੁਖੀਰਾ ਨੇ ਬਿਲਕੁਲ ਅਹਿਦ ਕੀਤਾ ਸੀ ਔਰ ਵੱਡਾ ਐਲਾਨ ਵੀ ਕੀਤਾ ਸੀਗਾ ਕਿ ਜਿੱਥੋਂ ਵੀ ਕਿਸੇ ਥਾਣੇ 'ਚ ਤੁਸੀਂ ਸਾਨੂੰ ਮਨਸ਼ਿਆਤ ਲਿਆ ਦਿਓ, ਤੁਹਾਨੂੰ 25,000 ਰੁਪਏ ਇਨਾਮ ਦੇਵਾਂਗੇ। ਤੇ ਫਿਰ ਜਨਾਬ SHO ਜਦੋਂ ਰਾਣਾ ਮਗਫੂਰ ਲੱਗੇ ਹੁਣ, ਇਹਨਾਂ ਨੇ ਕਿਹਾ ਇੱਥੋਂ ਨਾ ਤੇ ਕੋਈ ਪੀਵੇਗਾ, ਨਾ ਕੋਈ ਵੇਚੇਗਾ, ਤੇ ਨਾ ਹੀ ਕਿੱਥੋਂ ਮਿਲੇਗੀ। ਤੇ ਫਿਰ ਤਗੜੀ ਕਾਰਵਾਈ ਕੀਤੀ, ਜਿਹਦੇ ਵਿੱਚ ਮਨਸ਼ਿਆਤ ਫਰੋਸ਼ ਮਨਸ਼ਿਆਤ ਜਿਹੜੀ ਬਰਾਮਦ ਕੀਤੀ ਔਰ ਉਹਨਾਂ ਤੇ ਪਰਚੇ ਵੀ ਦਿੱਤੇ।